ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਉਤਾਰਨ ਤੇ ਇਤਰਾਜ਼ ਜਤਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਜਹਾਜ਼ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਕਿਉਂ ਨਹੀਂ ਉਤਾਰਿਆ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਜਹਾਜ਼ ਕਿਸੇ ਹੋਰ ਸੂਬੇ ਵਿੱਚ ਉਤਾਰਿਆ ਜਾਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਹਨ, ਉਹਨਾਂ ਨੂੰ ਵੀ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਸੀ। ਪ੍ਰੈਸ ਕਾਨਫਰੰਸ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਿਨ੍ਹਾਂ ਨੂੰ ਮੰਗਦੇ ਹਾਂ ਯਾਨੀ ਗੈਂਗਸਟਰ, ਉਹਨਾਂ ਦਾ ਜਹਾਜ਼ ਭਰ ਕੇ ਭੇਜ ਦਿਓ, ਅਸੀਂ ਰਿਸੀਵ ਕਰ ਲਵਾਂਗੇ। ਉਹਨਾਂ ਨੂੰ ਕਿਉਂ ਨਹੀਂ ਭੇਜਦੇ? ਜਿਹੜੇ ਰੈਸਟੋਰੈਂਟ ਵਿੱਚ ਕੰਮ ਕਰਦੇ ਹਨ, ਕੋਈ ਘਾਹ ਕੱਟਦਾ ਹੈ ਜਾਂ ਕੋਈ ਖੇਤਾਂ ਵਿੱਚ ਕੰਮ ਕਰਦਾ ਹੈ, ਉਹਨਾਂ ਦਾ ਜਹਾਜ਼ ਭਰ ਕੇ ਭੇਜ ਰਹੇ ਹਨ। ਉਹਨਾਂ ਨੂੰ ਮੰਗਵਾਓ ਜਿਹੜੇ ਇੱਥੋਂ ਫੋਨ ਕਰਕੇ ਫਰੋਤੀਆਂ ਮੰਗਦੇ ਹਨ ਅਤੇ ਕਤਲ ਕਰਵਾਉਂਦੇ ਹਨ। ਪਹਿਲੀ ਗੱਲ ਤਾਂ ਇਹ ਇਸ ਵਕਤ ਮੋਦੀ ਦਾ ਜਹਾਜ਼ ਵੀ ਹਵਾ 'ਚ ਹੈ, ਅਮਰੀਕਾ ਤੋਂ ਆ ਰਿਹਾ ਟਰੰਪ ਨੂੰ ਮਿਲ ਕੇ, ਤੇ ਮੰਗ ਰਹੀ ਉਹ ਆ ਰਿਹਾ। ਇਹ ਗਿਫਟ ਲੈ ਕੇ ਆ ਰਿਹਾ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਭਾਰਤੀ ਆ ਗਿਫਟ ਦਿੱਤਾ ਨੇ ट्रंप ने। मेरा दोस्त, मेरा मैं, मेरा ये, मेरा मैं तो उनको ट्रंप बुलाता हूं, अकेला ट्रंप कैसे हो, हाउडी मोदी, है ना, अब की बार ट्रंप सरकार पता नहीं की नारे दे के आ गिफ्ट लेके आ रहे हो तुसीं? कोई गल करके आए ਉਹਦੇ ਨਾਲ? जिस वेले मोदी ते ट्रंप ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਹਾਜ਼ 'ਚ, ਤੇ ਉਹਨਾਂ ਦੇ ਫੌਜੀ ਜਹਾਜ਼ਾਂ 'ਚ ਸਾਨੂੰ ਭੇਜ ਰਹੇ ਨੇ ਉਹ, ਤੇ ਆਪਣਾ ਜਹਾਜ਼। ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਆਪਦੀ ਪਾਲਿਸੀ ਹੈ, ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ, ਸਾਡੀ ਨੇ ਹੈਗੇ ਤਾਂ ਸਾਡੀ ਨੇ, ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰ ਲਈਏ। ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਹਾਜ਼ ਨਹੀਂ ਲੈਣਾ, ਅਸੀਂ ਆਪਦਾ ਜਹਾਜ਼ ਭੇਜ ਦਿੰਦੇ ਹਾਂ, ਉਹ 'ਚ ਅਸੀਂ ਆਪਣੇ ਬੰਦੇ ਲੈ ਕੇ ਆਏ। ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ ਅੰਮ੍ਰਿਤਸਰ, ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਹੈ, ਇੱਥੋਂ 40 ਕਿਲੋਮੀਟਰ ਲਾਹੌਰ ਹੈ, ਤੇ ਨਕਸ਼ਾ ਨਹੀਂ ਲੈ ਕੇ ਜਾਂਦੇ ਹੋਣੇ ਉਹ? ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ। ਕਿਹੜੀ ਵਿਦੇਸ਼ ਨੀਤੀ ਹੈ ਤੁਹਾਡੀ? ਅਸੀਂ ਅੱਛਾ, ਸ਼ੇਖ ਹਸੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਹੈ ਤਾਂ ਉਹ ਵੀ ਫੌਜੀ ਜਹਾਜ਼ ਤੇ ਆ ਰਹੀ ਹੈ, ਬੰਗਲਾਦੇਸ਼ ਦੇ ਫੌਜੀ ਜਹਾਜ਼। ਹਾਲਾਂਕਿ ਸਾਡੀ ਸਿਟੀਜ਼ਨ ਨਹੀਂ ਹੈਗੀ, ਉਹ ਪੋਲੀਟੀਕਲ ਅਸਾਈਲਮ ਵਾਸਤੇ ਉਹਨੂੰ ਹਿੰਡਨ ਉਤਾਰਿਆ ਜਾਂਦਾ, ਹਿੰਡਨ ਗਾਜ਼ੀਆਬਾਦ। ਤੇ ਇਹਨਾਂ ਨੂੰ ਹਿੰਡਨ ਕਿਉਂ ਨਹੀਂ ਉਤਾਰ ਸਕਦੇ? ਹਿੰਡਨ ਉਤਾਰੋ, ਨੈਸ਼ਨਲ ਕੈਪੀਟਲ 'ਚ ਉਤਾਰੋ, ਅਸੀਂ ਲੈ ਆਵਾਂਗੇ ਆਪਣੇ ਬੰਦਿਆਂ ਨੂੰ, ਜਿੰਨੇ ਸਾਡੇ ਨੇ ਅਸੀਂ ਲੈ ਆਵਾਂਗੇ ਜਾਣ बुझ के, ताकि मीडिया कल्ले पंजाब में उतरा एक और गैर कानूनी प्रवासियों का जहाज, पंजाब में फिर उतरा एक और जहाज, लगे पंजाबी हैं बस जो गैर कानूनी तौर पे जाते हैं। अगर गिनती के हिसाब से करने हैं भाई साहब, अब कह रहे हैं 119 में से 67 हमारे हैं पंजाब के, तो इसलिए अमृतसर। तो फिर पहले वाला अहमदाबाद क्यों नहीं उतरा? तो पहले 33 उनके थे, हरियाणा के थे 33, अंबाला क्यों नहीं उतरा? रफाल को तो अंबाला उतारते हो, फ्रांस से जब रफाल आता है उसको तो अंबाला में उतारते हो भाई साहब। हमको बच्चे समझते हो क्या? हमें पता नहीं कि बदनाम करने की कोशिश कर रहे हो। पंजाबियों को, पंजाब को बदनाम करने की साजिश बीजेपी की है और हमेशा रहती है। कहीं भी मौका मिले वो छोड़ते नहीं है। ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐਮ ਦਾ ਅਹੁਦਾ ਛੱਡਣ ਦੀ ਆਫਰ ਦਿੱਤਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬੀਤੇ ਦਿਨ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਦੇ ਨਾਲ ਗੈਰ ਰਸਮੀ ਮੀਟਿੰਗ ਕਰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਤਿਆਰ ਹਨ ਜੇਕਰ ਪਾਰਟੀ ਦਾ ਕੋਈ ਹੋਰ ਆਗੂ ਕੁਰਸੀ ਤੇ ਬੈਠਣਾ ਚਾਹੁੰਦਾ ਹੈ। ਭਗਵੰਤ ਮਾਨ ਦੀ ਇਸ ਪੇਸ਼ਕਸ਼ ਤੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਉਹਨਾਂ ਦੀ ਲੀਡਰਸ਼ਿਪ ਤੇ ਭਰੋਸਾ ਜਤਾਉਂਦੇ ਹੋਏ ਅਜਿਹਾ ਨਾ ਕਰਨ ਨੂੰ ਕਿਹਾ। ਉਧਰ ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਇਸ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਨੂੰ ਲੀਡਰਸ਼ਿਪ ਬਦਲਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਸੂਤਰਾਂ ਦੇ ਮੁਤਾਬਕ ਕੈਬਨਿਟ ਦੀ ਮੀਟਿੰਗ ਖਤਮ ਹੋਈ ਅਤੇ ਸਾਰੇ ਅਫਸਰ ਚਲੇ ਗਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ ਦੇ ਨਾਲ ਆਉਣ ਵਾਲੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਤੇ ਰਣਨੀਤੀ ਬਣਾਉਣ ਲਈ ਬਿਠਾਇਆ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਅਹੁਦਾ ਛੱਡਣ ਦੀ ਪੇਸ਼ਕਸ਼ ਰੱਖੀ। ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਉਹ ਬਣ ਸਕਦਾ ਹੈ, ਪਰ ਮੀਡੀਆ ਵਿੱਚ ਬਿਆਨ ਦੇਣ ਦਾ ਕੋਈ ਮਤਲਬ ਨਹੀਂ। ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਦੁਪਹਿਰ ਤੋਂ ਬਾਅਦ ਚੱਲ ਰਹੀ ਮੀਟਿੰਗ ਹੁਣ ਖਤਮ ਹੋ ਗਈ ਹੈ। ਹੁਣ ਅਗਲੀ ਮੀਟਿੰਗ 22 ਫਰਵਰੀ ਨੂੰ ਹੋਵੇਗੀ। ਦੱਸਦੀ ਕਿ ਮੀਟਿੰਗ ਵਿੱਚ ਦਿੱਲੀ ਤੋਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਸਮੇਤ 28 ਕਿਸਾਨਾਂ ਨੇ ਸ਼ਿਰਕਤ ਕੀਤੀ। ਚੰਡੀਗੜ੍ਹ ਦੇ ਸੈਕਟਰ 26 ਵਿੱਚ ਹੋਈ ਕੇਂਦਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਵਿੱਚ ਕਰੀਬ ਪੌਣੇ 3 ਘੰਟੇ ਤੱਕ ਇਹ ਮੀਟਿੰਗ ਚੱਲੀ, ਜਿਸ ਤੋਂ ਬਾਅਦ ਕੇਂਦਰ ਵੱਲੋਂ ਕਿਸਾਨਾਂ ਨੂੰ ਅਗਲੀ ਮੀਟਿੰਗ ਲਈ 22 ਫਰਵਰੀ ਦਾ ਸਮਾਂ ਦਿੱਤਾ ਗਿਆ ਹੈ। ਹੁਣ ਇਹ ਮੀਟਿੰਗ ਕੇਂਦਰੀ ਮੰਤਰੀ शिवराज सिंह चौहान ਦੇ ਨਾਲ ਹੋਵੇਗੀ। पॉजिटिव वे में बैठक हुई है। सरकार ने आज ये दोबारा हमें बैठक दी है 22 तारीख की। 22 फरवरी को दोबारा बैठक होगी और उसमें शिवराज चौहान जी और उनके साथ 2 मिनिस्टर और आकर यहाँ पे बैठक करेंगे। वो जो जगह है दिल्ली के अंदर भी हो सकती है, यहाँ चंडीगढ़ भी हो सकती है, कहाँ हो सकता है वो बैठकर वो आपस में चर्चा करने के बाद सरकार जगह बता देगी। और जो बैठक है वो 22 फरवरी को दोबारा दी गई है सरकार की तरफ से। यही मतलब आज की बैठक का मतलब जरा रिजल्ट है। ਜਿਹੜੇ ਅਮਰੀਕਾ ਤੋਂ ਟਰੰਪ ਸਰਕਾਰ ਬਣੀ ਤੇ ਉਹਨਾਂ ਨੇ ਡਿਪੋਰਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ। ਤਾਂ ਪਹਿਲਾ ਜਹਾਜ਼ ਉਹਨਾਂ ਨੇ ਅੰਮ੍ਰਿਤਸਰ ਲਾਇਆ। ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਹਦੇ ਵਿੱਚ 33 ਗੁਜਰਾਤ ਦੇ ਸੀ, 33 ਹਰਿਆਣੇ ਦੇ ਸੀ, 30 ਪੰਜਾਬ ਦੇ ਸੀ, 2 ਮਹਾਰਾਸ਼ਟਰ ਦੇ ਸੀ, ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਤੇ ਚਲੋ ਪਹਿਲਾ ਜਹਾਜ਼ ਉਹਨਾਂ ਲਾ ਲਿਆ, ਪਤਾ ਨਹੀਂ ਕੀ ਕਟੇਰੀਆ। ਹੁਣ ਦੂਜਾ ਜਹਾਜ਼ ਆ ਰਿਹਾ ਜੀ। ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਉਤਰੂਗਾ ਜੀ ਕੱਲ ਨੂੰ। ਕਿਉਂ ਜੀ? ਅੰਮ੍ਰਿਤਸਰ ਚੁਣਨ ਦਾ ਕ੍ਰਾਈਟੇਰੀਆ ਦੱਸੇ ਮੈਨੂੰ ਕੇਂਦਰ ਸਰਕਾਰ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਵਿਦੇਸ਼ ਮੰਤਰਾਲਾ। ਅੰਮ੍ਰਿਤਸਰ ਨੂੰ ਕਿਉਂ ਚੁਣਦੇ ਹੋ ਤੁਸੀਂ? ਬਦਨਾਮ ਕਰਨ ਵਾਸਤੇ ਚੁਣਦੇ ਹੋ, ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਤੁਸੀਂ। ਹੱਦ ਹੈ ਬਈ। ਤੁਸੀਂ ਨੈਸ਼ਨਲ ਪ੍ਰੋਬਲਮ ਹੈ ਡਿਪੋਰਟੇਸ਼ਨ ਦੀ। ਪਹਿਲੀ ਗੱਲ ਤਾਂ ਇਹ, ਇਸ ਵਕਤ ਮੋਦੀ ਦਾ ਜਹਾਜ਼ ਵੀ ਹਵਾ 'ਚ ਹੈ, ਅਮਰੀਕਾ ਤੋਂ ਆ ਰਿਹਾ ਟਰੰਪ ਨੂੰ ਮਿਲ ਕੇ, ਤੇ ਮਗਰੀ ਉਹ ਆ ਰਿਹਾ। ਇਹ ਗਿਫਟ ਲੈ ਕੇ ਆ ਰਿਹਾ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਭਾਰਤੀ। ਆ ਗਿਫਟ ਦਿੱਤਾ ਨੇ ट्रंप ने, मेरा दोस्त, मेरा मैं, मेरा ये, मेरा, मैं तो उनको ट्रंप बुलाता हूं, अकेला ट्रंप कैसे हो, हाउडी मोदी, है ना, अब की बार ट्रंप सरकार पता नहीं की नारे दे के आ गिफ्ट लेके आ रहे हो तुसी। कोई गल करके आए ਉਹਦੇ ਨਾਲ? जिस वेले मोदी ते ट्रंप की गल चल रही सी उस वेले वो बेड़ियां नाल जकड़ रहे होणगे जहाज च, ਤੇ ਉਹਨਾਂ ਦੇ ਫੌਜੀ ਜਹਾਜ਼ਾਂ ਚ ਸਾਨੂੰ ਭੇਜ ਰਹੇ ਨੇ ਉਹ, ਤੇ ਆਪਣਾ ਜਹਾਜ਼। ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਆਪਦੀ ਪਾਲਿਸੀ ਹੈ, ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ, ਸਾਡੀ ਨੇ ਹੈਗੇ ਤਾਂ ਸਾਡੀ ਨੇ, ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰ ਲਈਏ, ਠੀਕ ਹੈ ਨਾ। ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਹਾਜ਼ ਨਹੀਂ ਲੈਣਾ, ਅਸੀਂ ਆਪਦਾ ਜਹਾਜ਼ ਭੇਜ ਦਿੰਦੇ ਹਾਂ, ਉਹ ਚ ਅਸੀਂ ਆਪਣੇ ਬੰਦੇ ਲੈ ਕੇ ਇੱਥੇ। ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ ਅੰਮ੍ਰਿਤਸਰ, ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਹੈ, ਇੱਥੋਂ 40 ਕਿਲੋਮੀਟਰ ਲਾਹੌਰ ਹੈ, ਤੇ ਨਕਸ਼ਾ ਨਹੀਂ ਲੈ ਕੇ ਜਾਂਦੇ ਹੋਣੇ ਉਹ? ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ। ਕਿਹੜੀ ਵਿਦੇਸ਼ ਨੀਤੀ ਹੈ ਤੁਹਾਡੀ? ਅਸੀਂ ਅੱਛਾ, ਸ਼ੇਖ ਹਸੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਹੈ ਤਾਂ ਉਹ ਵੀ ਫੌਜੀ ਜਹਾਜ਼ ਤੇ ਆ ਰਹੀ ਹੈ, ਬੰਗਲਾਦੇਸ਼ ਦੇ ਫੌਜੀ ਜਹਾਜ਼। ਹਾਲਾਂਕਿ ਸਾਡੀ ਸਿਟੀਜ਼ਨ ਨਹੀਂ ਹੈਗੀ ਉਹ, ਪੋਲੀਟੀਕਲ ਅਸਾਈਲਮ ਵਾਸਤੇ ਉਹਨੂੰ ਹਿੰਡਨ ਉਤਾਰਿਆ ਜਾਂਦਾ, ਹਿੰਡਨ ਗਾਜ਼ੀਆਬਾਦ। ਤੇ ਇਹਨਾਂ ਨੂੰ ਹਿੰਡਨ ਕਿਉਂ ਨਹੀਂ ਉਤਾਰ ਸਕਦੇ? ਹਿੰਡਨ ਉਤਾਰੋ, ਨੈਸ਼ਨਲ ਕੈਪੀਟਲ ਚ ਉਤਾਰੋ, ਅਸੀਂ ਲੈ ਆਵਾਂਗੇ ਆਪਣੇ ਬੰਦਿਆਂ ਨੂੰ, ਜਿੰਨੇ ਸਾਡੇ ਨੇ ਅਸੀਂ ਲੈ ਆਵਾਂਗੇ ਜਾਣ ਬੁੱਝ ਕੇ, ਤਾਂ ਕਿ ਮੀਡੀਆ ਕੱਲੇ ਪੰਜਾਬ
पंजाब में उतरा एक और गैर कानूनी प्रवासियों का जहाज। पंजाब में फिर उतरा एक और जहाज। लगे पंजाबी हैं बस जो गैर कानूनी तौर पे जाते हैं। अगर गिनती के हिसाब से करने हैं भाई साहब, अब कह रहे हैं 119 में से 67 हमारे हैं पंजाब के, तो इसलिए अमृतसर। तो फिर पहले वाला अहमदाबाद क्यों नहीं उतरा? तो पहले 33 उनके थे, हरियाणा के थे 33। अंबाला क्यों नहीं उतरा? रफाल को तो अंबाला उतारते हो, फ्रांस से जब रफाल आता है उसको तो अंबाला में उतारते हो भाई साहब। हमको बच्चे समझते हो क्या? हमें पता नहीं क्या बदनाम करने की कोशिश कर रहे हो। पंजाबियों को, पंजाब को बदनाम करने की साजिश बीजेपी की है और हमेशा रहती है। कहीं भी मौका मिले वो छोड़ते नहीं है। जब हम इसी एयरपोर्ट का और मोहाली के एयरपोर्ट का इसी में विदेश मंत्रालय को लेटर देते हैं, सर यहां से इधर अमेरिका की तरफ, कनाडा की तरफ फ्लाइटें शुरू कर दीजिए, कहते हैं नहीं नहीं नहीं, ये एयरपोर्ट सूटेबल नहीं। अच्छा, ऐसे जहाज आने के लिए ये सूटेबल है अमेरिका से। अभी तो अमेरिका से आ रहा है, तब तो हमारे बंदे दिल्ली जाएं, दिल्ली से फिर उड़े और मतलब उनको टैक्स दें, ये वो दिल्ली जाने का खर्चा है ना, तब कोई प्रॉब्लम। आने के लिए हमें अमृतसर उतार दें। और सारे पूरे कई देशों की प्रॉब्लम है, वो उन्होंने रिपोर्ट कर दी, लेकिन हम तो कम से कम इज्जत से रिसीव करें। पिछली बार बेड़ियां लगी हुई थी, अब क्या करेंगे? मैं सख्त विरोध करूंगा इसका, इसलिए मैं एक दिन पहले ही आ गया। मैं एमईए को बेनती कर रहा हूं, हमने बात भी कर ली है, एमएचए को कह रहा हूं कि अभी तो वो जहाज का 2-3 बार तेल डलवाता है, क्योंकि वो एक बार में नहीं आ सकता। मिलिट्री का जहाज है, पता नहीं कहां होगा, मुझे नहीं पता कहां, लेकिन उसका रूट बदल के अपना दिल्ली बुला लीजिए, उसको हिंडन उतार लीजिए, अहमदाबाद उतार लीजिए, जहां मर्जी उतार लीजिए, ठीक है। हम अपने बंदों को ले आएंगे, इज्जत से लेके आएंगे। हम हरियाणा की तरह कैदियों वाली वैन नहीं भेजेंगे। पिछली बार कैदियों वाली वैन भेजी थी उन्होंने, हरियाणा ने। तो इसका मतलब हरियाणा में और गुजरात में बीजेपी की सरकारें हैं। टोटल कितने थे उनके? 66, हमारे 30। वो 66 को लेने नहीं आए, हमने तो 30 बंदों को चलो अपने अपने घर पे पहुंचाया, चलो कोई पुनर्वास का भी करेंगे। दुखी होके जाता है जी, कौन छोड़ता अपना मुल्क? अपनी धरती छोड़ने को किसका दिल करता है? और ये बीजेपी वाले, कांग्रेस वाले कहते भगवंत मान ने भेजी है, मैंने भेजी, हमें तो 3.25 साल हुए अभी। सिस्टम किसके पास था इससे पहले? 70 साल से सिस्टम किसके पास था? तो हम तो कोशिश कर रहे हैं उनको यहां रखें, नौकरियां दें, रोजगार दें, वापस आ जाओ, मिलते करते हैं, आ जाओ काम करो। आ भी रहे हैं लोग, है ना, माइग्रेशन हो गई है शुरू। मैं आपको लिस्ट दे दूंगा, जो बंदे बाहर से आए उनकी भी इंटरव्यू करना, यहां पे आके काम कर रहे हैं, जो कि ये आ गए वापस, अब हम यहां काम कर रहे हैं। एक तो अब ताज के सामने ना एक रेस्टोरेंट है, ऑस्ट्रेलिया से आया लड़का, उससे बात कर लेंगे। आ गए, आ रहे हैं, अब यहां काम दे दो, यहां पे सिस्टम ठीक हो जाए। ये लड़के वहां भी मेहनत करते हैं, वहां कौन सा कोई दरख्तों को लगते हैं डॉलर, पेड़ों को तो डॉलर नहीं लगते, वहां मेहनत तो करनी पड़ती है। लेकिन कम से कम उनको इतनी बेइज्जती तो ना करो यार उनकी। अच्छा, अमृतसर ही क्यों चुनते हैं? मुझे क्राइटेरिया बता दीजिए कि अमृतसर चुनने का क्राइटेरिया क्या है। मतलब ये पंजाब को डेलिबरेटली, जानबूझकर बदनाम करने की कोशिश, ताकि ये लगे कि बस पंजाबी हैं जो गैर कानूनी प्रवास जाते हैं। तो गुजरातियों का मॉडल कहां गया फिर? और पिछली बार के जहाज में जो आए थे उसमें 7-8 बच्चे थे, 7-8 बच्चे, सारे बच्चे गुजरात के थे। बच्चे, वो बच्चों समेत रिपोर्ट कर रहे हैं। किसी की इंटरव्यू आई, गुजरात के किसी बंदे की इंटरव्यू आई नेशनल टीवी पे, इंटरव्यू हमारे वालों की आती है,
कल भी आप जाओगे उनके घरों पे? मीडिया में तो मिलन नहीं देता जी, पिछले जाती और कल का पता नहीं। नहीं, कल को मैं मिलाऊंगा सबको आपको, इसीलिए आया हूं। पहली बात तो मैं चाहता नहीं हूं यहां उतरे। चलो, ये एडमिन उनके हाथ में है, इमिग्रेशन कस्टम उनके हाथ। पहली बात तो मैं ये कहता हूं कि रूट बदल लो। हम सख्त नाराज हैं आपसे इस बात से। हम लोग आपका पेट पालते हैं, फुटबॉल ऑफ इंडिया। हम लोग देश को आजादी कराने के लिए 90% कुर्बानियां देते हैं, और उन्हीं लोगों को निकालने के लिए हम कुर्बानियां दे रहे हैं। उन्हीं लोगों के पास हमें जाना क्यों पड़ रहा है? क्योंकि आप लोग आ गए ना उसके बाद। भगत सिंह को किस बात की चिंता थी? इस बात की कभी चिंता नहीं थी शहीद आजम भगत सिंह को कि आजादी मिलेगी या नहीं। वो तो आजादी तो मिलेगी। चिंता इस बात की आजादी के बाद देश कौन से हाथों में जाएगा। वो चिंता सही साबित हुई। हमने बता दिया उनको कि अमृतसर चुनने का क्राइटेरिया बता दीजिए हमें, अब दे देंगे रिस्पॉन्स। क्या करेंगे? कोलंबिया जैसा छोटा सा देश अपना जहाज भेज के उनको बुला रहा है, और विदेश मंत्री क्या कह रहा है उसमें राज्यसभा में? कहता जी 2012 में इतने आए थे, 2018 में इतने आए थे। तो वो तो सैनिक उसमें तो नहीं आए थे ना, वो कमर्शियल प्लेन में आते थे। मैं भी 2-4 बार ऐसे प्लेन में आया हूं जहां 1-2 बंदे ऐसे थे जिनको पुलिस छोड़ के जाती थी, बिठा के बस चले जाते, लेकिन उनको खाना वाना तो मिलता था ना। तो अपना जहाज भेज दो। सबसे बड़ी बात यह है कि उसी समय ट्रंप के साथ बातचीत हो रही है, जप्पी जादू की जप्पी हो रही है। ट्रंप मेरा यार फलान दिमका, एआई पे बात करेंगे, है ना, टैरिफ पे बात करेंगे, है ना। तो उसी समय वो बंदे भेज रहे हैं। हाँ जी, एमईए अभी जवाब देगा ना। हमने एतराज कर दिया कि आपने हमें बता दीजिए कि अमृतसर चुनने का क्राइटेरिया क्या है, मुझे बता दीजिए। हाँ जी, हम आप नेशनल कैपिटल में उतारो। हरियाणा ਦੇ ਵੀ ਨਹੀਂ ਆਏ। ਹਰਿਆਣਾ ਤੋਂ ਵੀ ਕੇਂਦਰ ਤੋਂ ਵੀ ਕੋਈ ਨਹੀਂ ਆਇਆ, ਹਰਿਆਣਾ ਤੋਂ ਵੀ ਕੋਈ ਨਹੀਂ ਆਇਆ, ਗੁਜਰਾਤ ਤੋਂ ਵੀ ਕੋਈ ਨਹੀਂ। ਉਹਨਾਂ ਨੇ ਰਾਜਨੀਤੀ ਨੇ ਨਹੀਂ ਕੀਤਾ, ਲੜਕੀਆਂ ਨੂੰ ਹੱਥ ਕਰੀਆਂ बेटी पढ़ाओ का नारा लगा दे, दूसरे लड़कों को हक करके लगा नहीं जा रहे। चला दिया करो यार जी, चला दिया करो ना। नहीं, मेरा एक सवाल है कि ਉਹਨਾਂ ਵੱਲੋਂ ਤਾਂ ਕੋਈ ਰਿਪਰੈਜ਼ੈਂਟੇਟਿਵ ਨਹੀਂ ਆਇਆ ਨਾ ਕਿ ਕੇਂਦਰ। ਕੱਲ ਨੂੰ ਵੀ ਨਹੀਂ ਹੋਣਾ ਉਹਨਾਂ ਦਾ, ਕੱਲ ਨੂੰ भी नहीं होना। वो समझते कुछ नहीं इन्होंने। कहते हम वोटों में जीत गए, वोट हम पता है हमें, शायद जो आ रहे हैं उनकी वोट भी डल गई होगी, फर्जी डलवा लेते, फर्जी वोट बना लो, है ना। और यहाँ इस एरिया से आम आदमी पार्टी को डल रही हैं, कटवा दो, बाहर ना निकले दो। तो ये रह गया। और कौन सी विदेश नीति मुझे बता दीजिए, ये विदेश नीति है क्या? और मीडिया क्या चला रहा है? फ्रांस के राष्ट्रपति पेरिस के एयरपोर्ट छोड़ने गए मोदी को, हाथ तो मिलाया नहीं उससे, वो नहीं दिखाया जी, वो नहीं। वहां पे वो जो बड़े बड़े एंकर है ना, उनका फिर प्रॉब्लम आ जाती है ऊपर से। मैं ये कह रहा हूं आज भी, ये सारे चलाएंगे, चलो जितने चलाएंगे। मुझे अमृतसर चुनने का क्राइटेरिया बता दो। ये पंजाब को बदनाम करने की साजिश नहीं। और एक परसों आ रहा है, 2 जहाज आ रहे हैं, तो ये गिफ्ट लेके आए हैं मोदी साहब ट्रंप से। बहुत से देश जो है वो कह रहे हैं कि ठीक है आप निकालो। नाइजीरिया के प्रेसिडेंट का आपने बयान सुना? नाइजीरिया के प्रेसिडेंट, उसने कहा ठीक है तुम निकाल दो। जितने अमेरिकन यहां रहते हैं, मैं भी उनको कहता हूं 24 घंटे में चले जाओ। तो क्या हम नहीं कर सकते यहां पे? नहीं, क्या सहयोग करेगा पीएम भारत?
ਫਿਰ ਕਿਆ ਉਹ ਤਾਂ ਨਾਲ ਹੀ ਭੇਜਤੀ ਉਹਦੇ ਜਹਾਜ਼ ਦੇ। ਕੀ ਕੀਤੀ ਗੱਲ ਉਹਨਾਂ ਨੇ? ਇਹਦਾ ਮਤਲਬ ਉਹਨੇ ਮੰਨੀ ਨਹੀਂ ਨਾ। ਉਹ ਕਹਿੰਦਾ ਆ ਜਾ 2 ਹੋਰ ਭਰ ਕੇ ਭੇਜ ਦੇ। ਕੱਲ ਦੀ ਟਾਈਮਿੰਗ ਸੀ ਰਾਤ 10 ਵਜੇ ਦੀ। ਕੱਲ ਅਸੀਂ 10 ਵਜੇ ਕਹਿੰਦੇ ਸੀ ਫੇਰ ਲੈਣਾ ਹੈ। ਕੱਲ ਸਰ ਮੀਡੀਆ ਨੂੰ ਮਿਲਾਓਗੇ ਤਾਂ ਜਦੋਂ ਕੱਲ ਆਏਗਾ ਤਾਂ ਨਹੀਂ ਉਹਨਾਂ ਨਾਲ ਕਰਾਂਗੇ। ਮੈਂ ਅਸੀਂ ਤਾਂ ਜੇ ਨਹੀਂ ਆਉਂਦਾ ਫਿਰ ਮੈਂ ਤਾਂ ਇੱਥੇ ਰਿਸੀਵ ਕਰੂੰਗਾ ਨਾ ਸਾਰਿਆਂ ਨੂੰ ਕਰੂੰਗਾ। ਮੈਂ ਤਾਂ ਇੰਡੀਅਨਸ ਮੰਨਦਾ ਸਾਰਿਆਂ ਨੂੰ। ਦੇਖੋ ਅਸੀਂ ਤਾਂ ਬਹੁਤ ਕੁਛ ਕਰ ਰਹੇ ਹਾਂ ਕਿਉਂਕਿ ਰੋਜ਼ਗਾਰ ਇੱਥੇ ਮਿਲੂਗਾ ਤਾਂ ਸਿਸਟਮ ਮੈਂ 2 ਸਾਲ 'ਚ 2.5 ਸਾਲ 'ਚ ਨਹੀਂ ਬਦਲ ਸਕਦਾ। ਠੀਕ ਹੈ ਨਾ। ਲੋਕ ਤਾਂ ਉੱਥੇ 70 ਦੇ ਗਏ ਹੋਏ 1970 ਦਾ। ਇੱਕ ਮਿੰਟ ਯਾਰ ਮੈਨੂੰ ਜਵਾਬ ਦੇ ਲੈਣ। ਕੋਈ 1970 ਦਾ ਕੋਈ ਹੈ ਨਾ। ਮੈਂ ਸ਼ੋਅ ਵੀ ਜਦੋਂ ਕਰਨ ਜਾਂਦਾ ਰਿਹਾ ਮੈਨੂੰ ਮਿਲਦੇ ਰਿਹਾ ਜੀ। ਅਸੀਂ ਤਾਂ ਉਦੋਂ ਆ ਗਏ ਸੀ ਅਸੀਂ ਆ ਗਏ। ਪਰ ਮੈਨੂੰ ਇਹ ਸਮਝ ਨਹੀਂ ਆ ਰਹੀ। ਮੈਂ ਆਪਣੇ ਕੋਈ ਮੇਰਾ ਜਦੋਂ ਐਜ਼ ਐਨ ਆਰਟਿਸਟ ਮੈਂ ਸੀ ਉਹਦੇ ਵਿੱਚ ਵੀ ਮੈਂ ਕਿਹਾ ਸੀ ਕਿ ਜਿਨ੍ਹਾਂ ਗੋਰਿਆਂ ਨੂੰ ਕੱਢਣ ਵਾਸਤੇ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਰਾਜਗੁਰੂ ਸੁਖਦੇਵ ਹੋਰਾਂ ਵਰਗੇ ਮਦਨ ਲਾਲ ਟਿੰਗਰਾ ਜੀ ਵਰਗੇ ਹਜ਼ਾਰਾਂ ਨੌਜਵਾਨ ਸ਼ਹੀਦ ਕਰਾ ਲਏ। ਹੁਣ ਉਹਨਾਂ ਗੋਰਿਆਂ ਕੋਲੇ ਪਹੁੰਚਣ ਵਾਸਤੇ ਜੰਗਲਾਂ ਵੇਦੀ ਸਮੁੰਦਰ ਵੇਦੀ ਜਿੱਥੇ ਮਰਜ਼ੀ ਲੈ ਜਾਓ ਫਿਰ ਉਹਨਾਂ ਨੂੰ ਰੱਖ ਲੈਂਦੇ ਇੱਥੇ। ਫਿਰ ਉਹਨਾਂ ਨੂੰ ਹੀ ਰੱਖ ਲੈਂਦੇ ਜੀ। ਕੀ ਲੋੜ ਸੀਗੀ ਫਿਰ? ਆ ਗਏ ਹੁਣ ਆਪਣੇ ਵਾਲੇ ਇਹ ਲੱਗੇ ਹੋਏ ਨੇ। ਹੁਣ ਕੀ ਕਰਨ ਫਿਰ? ਸੋ ਇੱਥੇ ਸਿਸਟਮ ਅਸੀਂ ਤਾਂ ਬਹੁਤ ਮੈਂ ਤਾਂ ਆਪਣੇ ਵੱਲੋਂ ਦਿਲੋਂ ਕੋਸ਼ਿਸ਼ ਕਰ ਰਿਹਾ ਕਿ ਨਾ ਜਾਣ ਸਾਡੇ ਬੱਚੇ ਆਉਣ ਵਾਪਸ। ਮੈਂ ਤੁਹਾਨੂੰ ਇੱਕ ਲਿਸਟ ਦੇਵਾਂਗਾ ਕੱਲ ਨੂੰ ਦੇਵਾਂਗਾ ਕਿ ਕਿੰਨੇ ਉਧਰੋਂ ਆ ਗਏ ਤੇ ਆ ਕੇ ਕਿੱਥੇ ਕੰਮ ਕਰ ਰਹੇ ਨੇ। ਤੁਸੀਂ ਉਹਨਾਂ ਕੋਲ ਜਾ ਕੇ ਆਇਓ। ਰਿਵਰਸ ਮਾਈਗ੍ਰੇਸ਼ਨ ਦੀ ਮੈਂ ਲਿਸਟ ਦੇਵਾਂਗਾ ਤੁਹਾਨੂੰ ਕਿ ਉਹਨਾਂ ਨੇ ਆ ਕੇ ਇੱਥੇ ਵਧੀਆ ਕੰਮ ਕਰ ਲਿਆ ਤੇ ਹੁਣ ਖੁਸ਼ ਨੇ ਕਹਿੰਦੇ ਅਸੀਂ ਨਹੀਂ ਜਾਂਦੇ। ਨਹੀਂ ਚਲੋ ਹੁਣ ਜਿਹੜੇ ਆਏ ਨੇ ਇਹ ਤਾਂ ਹੁਣ ਮੈਂ ਦੇਖੋ ਜੋ ਮਰਜ਼ੀ ਚਲੋ ਇਹਨਾਂ ਦੀ ਮਜਬੂਰੀਆਂ ਰਹੀਆਂ ਹੋਣਗੀਆਂ। यूं ही तो कोई बेवफा नहीं होता। धरती छड्डण नूं किहदा जी करदा जनाब। पर आए ने उत्थे दा कानून तोड़िया ਇੱਥੇ ਤਾਂ ਨਹੀਂ ਕੋਈ ਤੋੜਿਆ ਨਾ। ਫਿਰ ਇੱਥੇ ਤਾਂ ਵੈਲ ਰਿਸੀਵ ਕਰ ਲਈਏ ਨਾ ਇਹਨਾਂ ਨੂੰ। ਇੱਥੇ ਤਾਂ ਕੋਈ ਉਹਨਾਂ ਤੇ FIR ਨਹੀਂ ਜਾਂ ਕੋਈ ਅੱਛਾ ਜਿਨ੍ਹਾਂ ਨੂੰ ਅਸੀਂ ਮੰਗਦੇ ਆ ਉਹ ਦਿੰਦੇ ਨਹੀਂ। ਉਹ ਗੈਂਗਸਟਰ ਸਾਰੇ ਉੱਥੇ ਨੇ। ਉਹਨਾਂ ਦਾ ਭੇਜ ਦਿਓ ਜਹਾਜ਼ ਭਰ ਕੇ ਅੰਮ੍ਰਿਤਸਰ ਭੇਜ ਦਿਓ ਰਿਸੀਵ ਕਰ। ਉਹ ਨਹੀਂ ਭੇਜਦੇ। ਆ ਜਿਹੜੇ ਰੈਸਟੋਰੈਂਟਾਂ 'ਚ ਕੰਮ ਕਰਦਾ ਕੋਈ ਘਾਹ ਕੱਟਦਾ ਕੋਈ ਖੇਤਾਂ 'ਚ ਕੰਮ ਕਰਦਾ ਕੋਈ ਉਹਨਾਂ ਨੂੰ ਭਰ ਭੇਜੀ ਤਾਂ ਫਿਰ ਮੋਦੀ ਸਾਹਿਬ ਉਹਦਾ ਕਿਉਂ ਨਹੀਂ ਮੰਗਦੇ ਜੀ? ਉਹਨਾਂ ਦਾ ਕਿਉਂ ਭੇਜੋ ਜੀ ਜਿਹੜੇ ਇੱਥੇ ਰੋਜ਼ ਕਤਲ ਕਰਾਉਂਦੇ ਨੇ ਇੱਥੇ ਫਰੋਤੀਆਂ ਮੰਗਦੇ ਨੇ ਉੱਥੋਂ ਫੋਨ करके। बात ये है ना जिनको हम मांग रहे हैं कि गैंगस्टर है पंजाब में हरियाणा में नॉर्थ इंडिया में पूरा वो चलाते हैं नेक्सस फिरौतियों का ये उनको भेज दो जी जहाज भर के एक ना। उनको तो मांगते भी नहीं है। पंजाबियों को पसंद नहीं करती बीजेपी असल में। उनको ये पता है कि ये हमें पसंद नहीं करते। बस एक ही बात है कि पंजाबियों को पसंद नहीं करते जी। यही रीजन है कि पंजाब सिर्फ पंजाब ही ऐसी स्टेट है जो इनको हराती है जो इनको हरा देती है। 2 सीटें सर 117 में से 2 है। बहुत कोशिश कर ली इधर उधर करके भी अकेले लड़के भी अकाली दल के साथ भी ठीक है ना। तो लेकिन पंजाबी ऐसे हैं कि नहीं करते। और पंजाबियों ने ही एक वो 11-12 साल हो गए वो इतना सनकी बंदा है उसने कोई फैसला नहीं बदला अपना। एक ही फैसला जो टीवी पे आके उसको कहना पड़ा मेरी तपस्या में कमी रह गई थी ये फैसला वापस एक वो भी पंजाबियों ने करवाया था। तो वो खुंदक रखते हैं बहुत मतलब दिल में बैर रखते हैं। इन्होंने ये कराया कोई बात नहीं मैं इनको देख लूंगा फिर ये बात। अब ऐसे देश थोड़ी चलता है। सीएम साहब एक ਜਿਹੜੇ ਵਿਰੋਧ ਹੋ ਕੇ ਆ ਰਹੇ ਨੇ ਇਹ ਪੀੜਤ ਨੇ ਅਸੀਂ ਇਹਨਾਂ ਨੂੰ ਪੀੜਤ ਮੰਨਦੇ ਹਾਂ।